हाँ जी, सत श्री अकाल दोस्तों। 1847 ਵਿੱਚ ਆਇਰਿਸ਼ ਆਰਟਿਸਟ ਜੇਮਸ ਨੇ ਆਇਰਲੈਂਡ ਦੀ ਕੁਝ ਇਸ ਤਰ੍ਹਾਂ ਦੀ ਤਸਵੀਰ ਖਿੱਚੀ। ਆਇਰਲੈਂਡ ਦੀਆਂ ਗਲੀਆਂ ਲੋਕਾਂ ਦੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਨੇ। ਮਾਵਾਂ ਆਪਣੇ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਸੜਕਾਂ ਤੇ ਭੀਖ ਮੰਗ ਰਹੀਆਂ ਨੇ। ਹਰ ਪਾਸੇ ਭੁੱਖਮਰੀ, ਗਰੀਬੀ, ਉਦਾਸੀ ਤੇ ਮੌਤ ਦੇ ਸਾਏ ਮੰਡਰਾ ਰਹੇ ਸਨ। ਆਇਰਿਸ਼ ਪੋਟੈਟੋ ਫੈਮਨੇ ਜਾਂ ਜਿਸ ਨੂੰ ਗ੍ਰੇਟ ਹੰਗਰ ਵੀ ਕਿਹਾ ਜਾਂਦਾ ਹੈ 7 ਸਾਲਾਂ ਦੇ ਅੰਦਰ 10 ਲੱਖ ਆਇਰਿਸ਼ ਲੋਕਾਂ ਦੀ ਜਾਨ ਲੈ ਗਈ। ਪੂਰੇ ਆਇਰਲੈਂਡ ਦੀ 4% ਆਬਾਦੀ ਇਸ ਫੈਮਨੇ ਕਾਰਨ ਮੌਤ ਦੇ ਮੂੰਹ 'ਚ ਚਲੀ ਗਈ। ਇਹ ਇੰਨਾ ਵੱਡਾ ਡਿਜ਼ਾਸਟਰ ਸੀ ਕਿ ਅੱਜ ਤੱਕ ਆਇਰਲੈਂਡ ਦੀ ਆਬਾਦੀ ਰਿਕਵਰ ਨਹੀਂ ਹੋ ਸਕੀ। ਇਸ ਫੈਮਨੇ ਦੇ ਚਲੇ ਜਾਣ ਤੋਂ ਬਾਅਦ ਵੀ ਆਇਰਲੈਂਡ ਕਈ ਸਾਲਾਂ ਤੱਕ ਗਰੀਬ ਅਤੇ ਬੈਕਵਰਡ ਰਿਹਾ। ਪਰ ਅੱਜ ਜੇਕਰ ਤੁਸੀਂ ਗੂਗਲ ਤੇ ਸਰਚ ਕਰੋ ਕਿ ਦੁਨੀਆ ਦੀਆਂ ਸਭ ਤੋਂ ਅਮੀਰ ਕੰਟਰੀਆਂ ਕਿਹੜੀਆਂ ਨੇ ਤਾਂ ਆਇਰਲੈਂਡ ਉਹਨਾਂ ਦੀ ਲਿਸਟ ਵਿੱਚ ਸ਼ਾਮਲ ਹੋਵੇਗਾ, ਉਹ ਵੀ ਟੌਪ ਦੀਆਂ ਕੰਟਰੀਆਂ ਵਿੱਚ। ਅੱਜ ਆਇਰਲੈਂਡ ਵਿੱਚ ਦੁਨੀਆ ਦੇ ਸਭ ਤੋਂ ਐਜੂਕੇਟਡ ਲੋਕ ਅਤੇ ਹੈਪੀਐਸਟ ਲੋਕ ਰਹਿੰਦੇ ਨੇ। ਇਸ ਦੀ ਇਕਨੋਮੀ ਇੰਨੀ ਸਪੀਡ ਨਾਲ ਗਰੋ ਕਰ ਰਹੀ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਇਹ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣ ਜਾਵੇਗਾ। ਪਰ ਆਇਰਲੈਂਡ ਕੋਲ ਨਾ ਤਾਂ ਨਾਰਵੇ ਤੇ ਕਤਰ ਦੀ ਤਰ੍ਹਾਂ ਟ੍ਰਿਲੀਅਨਸ ਆਫ ਡਾਲਰ ਦੇ ਆਇਲ ਰਿਸੋਰਸ ਨੇ, ਨਾ ਹੀ ਉਸ ਕੋਲ ਪਾਪੂਲੇਸ਼ਨ ਸਿੰਗਾਪੁਰ ਜਾਂ ਲਕਸਮਬਰਗ ਦੀ ਤਰ੍ਹਾਂ ਛੋਟੀ ਹੈ, ਤੇ ਨਾ ਉਸ ਨੂੰ ਸਵਿਟਜ਼ਰਲੈਂਡ ਦੀ ਤਰ੍ਹਾਂ ਕੋਈ ਟੂਰਿਜ਼ਮ ਐਡਵਾਂਟੇਜ ਮਿਲਿਆ ਹੈ। ਫਿਰ ਇਹ ਇੰਨੀ ਵੱਡੀ ਟਰਾਂਸਫਾਰਮੇਸ਼ਨ ਕਿਵੇਂ ਹੋਈ? ਗਰੀਬੀ ਤੇ ਮੌਤ ਦੇ ਸਾਏ ਵਿੱਚੋਂ ਨਿਕਲ ਕੇ ਇਹ ਦੇਸ਼ ਇੰਨਾ ਅਮੀਰ ਕਿਵੇਂ ਬਣ ਗਿਆ? ਆਓ ਜਾਣਦੇ ਹਾਂ ਇਸ ਵੀਡੀਓ ਰਾਹੀਂ। ਚੱਲਦੇ ਹਾਂ 19ਵੀਂ ਸਦੀ ਵਿੱਚ, ਜਦੋਂ ਆਇਰਿਸ਼ ਲੋਕਾਂ ਦੀ ਜ਼ਿੰਦਗੀ ਬਹੁਤ ਔਖੀ ਸੀ ਅਤੇ ਉਹ ਬ੍ਰਿਟਿਸ਼ ਅੰਪਾਇਰ ਦੇ ਕੰਟਰੋਲ ਵਿੱਚ ਸੀ। ਇਸ ਦੇਸ਼ ਦੀ 90% ਇਕਨੋਮੀ ਐਗਰੀਕਲਚਰ ਤੇ ਨਿਰਭਰ ਕਰਦੀ ਸੀ। ਆਇਰਲੈਂਡ ਦੀ 80% ਜ਼ਮੀਨ ਤੇ ਕੇਵਲ ਇੱਕੋ ਹੀ ਚੀਜ਼ ਉਗਾਈ ਜਾਂਦੀ ਸੀ, ਉਹ ਸੀ ਆਲੂ। 17ਵੀਂ ਸਦੀ ਵਿੱਚ ਆਇਰਲੈਂਡ ਆਲੂ ਨੂੰ ਸਭ ਤੋਂ ਵੱਧ ਪੈਦਾ ਕਰਨ ਵਾਲਾ ਪਹਿਲਾ ਦੇਸ਼ ਸੀ। ਇਹੀ ਆਲੂ ਉਹ ਚੀਜ਼ ਸੀ ਜਿਸ ਰਾਹੀਂ ਆਇਰਲੈਂਡ ਦੀ ਆਬਾਦੀ ਪੂਰੇ ਯੂਰਪ ਵਿੱਚ ਤੇਜ਼ੀ ਨਾਲ ਵਧ ਰਹੀ ਸੀ। 1700 ਵਿੱਚ ਇਸ ਦੀ ਆਬਾਦੀ 3 ਮਿਲੀਅਨ ਸੀ ਤੇ 100 ਸਾਲਾਂ ਵਿੱਚ ਇਹ ਆਬਾਦੀ ਵੱਧ ਕੇ 5 ਮਿਲੀਅਨ ਹੋ ਗਈ। ਸਿਰਫ 150 ਸਾਲ ਵਿੱਚ 266% ਆਬਾਦੀ ਦਾ ਗਰੋਥ ਰੇਟ। ਇਸ ਦੀ ਇੱਕੋ ਇੱਕ ਵਜ੍ਹਾ ਸੀ, ਉਹ ਸੀ ਆਲੂ। ਆਇਰਿਸ਼ ਲੋਕਾਂ ਲਈ 1 ਏਕੜ ਦੀ ਆਲੂ ਦੀ ਫਸਲ ਅਤੇ ਗਾਂ ਦੇ ਦੁੱਧ ਨਾਲ ਪੂਰੀ ਫੈਮਿਲੀ ਪਲ ਜਾਂਦੀ ਸੀ, ਕਿਉਂਕਿ ਇਹ ਬੜੀ ਆਸਾਨੀ ਨਾਲ ਕਿਤੇ ਵੀ ਉਗਾਇਆ ਜਾ ਸਕਦਾ ਸੀ ਤੇ ਉਹ ਵੀ ਬਹੁਤ ਵੱਡੀ ਕੁਆਂਟੀਟੀ ਵਿੱਚ। ਇਸ ਤਰ੍ਹਾਂ ਇਹ ਹਰ ਇੱਕ ਆਇਰਿਸ਼ ਫੈਮਿਲੀ ਲਈ ਇੱਕ ਮੇਨ ਸੋਰਸ ਬਣ ਗਿਆ। ਪਰ ਕੌਣ ਜਾਣਦਾ ਸੀ ਕਿ ਇਹੀ ਆਲੂ ਆਇਰਲੈਂਡ ਨੂੰ ਬਰਬਾਦ ਕਰਨ ਵਾਲਾ ਸੀ। ਅਸਲ ਵਿੱਚ 1845 ਵਿੱਚ ਆਇਰਲੈਂਡ ਵਿੱਚ ਅਕਾਲ ਪੈ ਜਾਂਦਾ ਹੈ ਅਤੇ ਆਲੂ ਦੀ ਸਾਰੀ ਫਸਲ ਖਰਾਬ ਹੋ ਜਾਂਦੀ ਹੈ। ਆਲੂ ਦੀ ਫਸਲ ਖਰਾਬ ਹੋਣ ਨਾਲ ਲੱਖਾਂ ਆਇਰਿਸ਼ ਲੋਕ ਭੁੱਖ ਨਾਲ ਮਰ ਜਾਂਦੇ ਨੇ। ਤੁਸੀਂ ਸ਼ਾਇਦ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਇੰਨਾ ਵੱਡਾ ਅਕਾਲ ਸੀ ਜਿਸ ਨਾਲ ਆਇਰਲੈਂਡ ਅੱਜ ਤੱਕ ਉੱਭਰ ਨਹੀਂ ਸਕਿਆ। ਇਸ ਦੇ ਪ੍ਰਭਾਵ ਅੱਜ ਵੀ ਆਇਰਲੈਂਡ ਤੇ ਸਾਫ਼-ਸਾਫ਼ ਦਿਸਦੇ ਨੇ। ਸਿਰਫ 10 ਸਾਲ 1845 ਤੋਂ ਲੈ ਕੇ 1855 ਤੱਕ ਆਇਰਲੈਂਡ ਦੀ ਆਬਾਦੀ ਵਿੱਚੋਂ 30 ਲੱਖ ਲੋਕ ਘਟ ਗਏ। ਇਹਨਾਂ ਵਿੱਚੋਂ 10 ਲੱਖ ਲੋਕ ਤਾਂ ਭੁੱਖ ਨਾਲ ਮਰ ਗਏ ਅਤੇ ਬਾਕੀ ਬਚੇ 20 ਲੱਖ ਲੋਕ ਅਮਰੀਕਾ ਨੂੰ ਚਲੇ ਗਏ। ਫੈਮਨੇ ਤਾਂ 6-7 ਸਾਲ ਵਿੱਚ ਖਤਮ ਹੋ ਗਿਆ, ਪਰ ਆਇਰਲੈਂਡ ਦੇ ਹਾਲਾਤ ਹੋਰ ਜ਼ਿਆਦਾ ਖਰਾਬ ਹੁੰਦੇ ਗਏ। 1922 ਵਿੱਚ ਆਇਰਲੈਂਡ ਨੇ ਬ੍ਰਿਟਿਸ਼ ਅੰਪਾਇਰ ਤੋਂ ਆਜ਼ਾਦੀ ਤਾਂ ਲੈ ਲਈ, ਪਰ 10 ਸਾਲਾਂ ਬਾਅਦ ਹੀ ਉਸ ਨੂੰ ਬਹੁਤ ਵੱਡਾ ਧੱਕਾ ਲੱਗਿਆ ਜਦ 1932 ਵਿੱਚ ਦਾ ਗ੍ਰੇਟ ਇਕਨੋਮਿਕ ਡਿਪਰੈਸ਼ਨ ਆਇਆ। ਆਇਰਲੈਂਡ ਪਹਿਲਾਂ ਹੀ ਬਾਕੀ ਦੁਨੀਆ ਨਾਲ ਕੱਟ ਆਫ ਸੀ ਤੇ ਬ੍ਰਿਟੇਨ ਨਾਲ ਵੀ ਇਸ ਦੇ ਸਬੰਧ ਠੀਕ ਨਹੀਂ ਸੀ, ਜਿਸ ਕਰਕੇ ਉਸ ਦੀ ਇਕਨੋਮੀ ਜ਼ਬਰਦਸਤ ਕ੍ਰਾਈਸਿਸ ਦਾ ਸ਼ਿਕਾਰ ਹੋ ਗਈ। ਇਸ ਡਿਪਰੈਸ਼ਨ ਕਾਰਨ ਸਾਰੇ ਦੇਸ਼ਾਂ ਦੀ ਇਕਨੋਮੀ ਤਬਾਹ ਹੋ ਗਈ ਸਿਵਾਏ ਇੱਕ ਦੇਸ਼ ਨੂੰ ਛੱਡ ਕੇ, ਉਹ ਸੀ ਸੋਵੀਅਤ ਯੂਨੀਅਨ। ਸੋਵੀਅਤ ਯੂਨੀਅਨ ਇੰਟਰਨੈਸ਼ਨਲ ਬੈਂਕਿੰਗ ਨਾਲੋਂ ਕੱਟ ਆਫ ਸੀ ਤੇ ਇਸ ਕਰਕੇ ਇਸ ਕ੍ਰਾਈਸਿਸ ਤੋਂ ਉਸ ਨੂੰ ਕੋਈ ਖਾਸ ਫਰਕ ਨਹੀਂ ਪਿਆ। ਆਇਰਲੈਂਡ ਦੇ ਲੀਡਰਸ ਨੇ ਸੋਵੀਅਤ ਯੂਨੀਅਨ ਦੀ ਐਗਜ਼ਾਮਪਲ ਨੂੰ ਆਇਰਲੈਂਡ ਵਿੱਚ ਕਾਪੀ ਕਰਨਾ ਸ਼ੁਰੂ ਕੀਤਾ। ਬੜੀਆਂ ਕੰਪਨੀਆਂ ਨੂੰ ਨੈਸ਼ਨਲਾਈਜ਼ ਕੀਤਾ ਗਿਆ, ਇੰਪੋਰਟ ਨੂੰ ਬੰਦ ਕੀਤਾ ਗਿਆ ਤਾਂ ਕਿ ਲੋਕਲ ਇੰਡਸਟਰੀ ਨੂੰ ਬਚਾਇਆ ਜਾ ਸਕੇ। ਪਰ ਇਸ ਦੇ ਉਲਟ ਆਇਰਲੈਂਡ ਦੀ ਇਕਨੋਮੀ ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪਿਆ।
ਆਇਰਲੈਂਡ ਦੇ ਕੋਲ ਆਪਣੇ ਕੋਈ ਨੈਸ਼ਨਲ ਰਿਸੋਰਸ ਤਾਂ ਸੀ ਨਹੀਂ ਤੇ ਨਾ ਹੀ ਬਾਕੀ ਯੂਰਪ ਦੀ ਤਰ੍ਹਾਂ ਕੋਈ ਵੱਡੀ ਇੰਡਸਟਰੀ ਸੀ। ਇਸ ਲਈ ਇੰਪੋਰਟ ਬੰਦ ਕਰਨ ਨਾਲ ਰॉ ਮਟੀਰੀਅਲ ਦੀ ਸ਼ਾਰਟੇਜ ਹੋ ਗਈ। ਸਿਰਫ 10 ਸਾਲਾਂ ਵਿੱਚ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਗਏ ਕਿ 5 ਲੱਖ ਹੋਰ ਆਇਰਿਸ਼ ਲੋਕ ਆਇਰਲੈਂਡ ਛੱਡ ਕੇ ਭੱਜ ਗਏ। ਵਰਲਡ ਵਾਰ 2 ਤੋਂ ਬਾਅਦ ਜਿੱਥੇ ਬਾਕੀ ਸਾਰਾ ਯੂਰਪ ਤਰੱਕੀ ਕਰ ਰਿਹਾ ਸੀ, ਉੱਥੇ ਆਇਰਲੈਂਡ ਗਰੀਬ ਤੋਂ ਗਰੀਬ ਹੁੰਦਾ ਜਾ ਰਿਹਾ ਸੀ। ਪਰ ਇਹ ਸਭ ਕੁਝ ਛੇਤੀ ਹੀ ਬਦਲਣ ਵਾਲਾ ਸੀ। 1960 ਵਿੱਚ ਆਇਰਲੈਂਡ ਦੇ ਪੀਐਮ ਸ਼ਾਨ ਲੇਮਾਸ ਨੇ ਮਸ਼ਹੂਰ ਆਇਰਿਸ਼ ਇਕਨੋਮਿਸਟ ਟੀ.ਕੇ. ਵਿਟਕਰ ਨਾਲ ਮਿਲ ਕੇ ਫੈਸਲਾ ਕੀਤਾ ਕਿ ਹੁਣ ਫਾਈਨਲੀ ਇਕਨੋਮਿਕ ਪਾਲਿਸੀਜ਼ ਨੂੰ ਬਦਲਣਾ ਪਵੇਗਾ। ਇਹਨਾਂ ਨੇ ਮਿਲ ਕੇ ਇੱਕ ਡਿਵੈਲਪਮੈਂਟ ਪਲਾਨ ਬਣਾਇਆ ਜੋ ਆਇਰਲੈਂਡ ਦੀ ਤਕਦੀਰ ਬਦਲਣ ਵਾਲਾ ਸੀ। ਆਇਰਲੈਂਡ ਦੀਆਂ ਕੰਪਨੀਆਂ ਨੂੰ ਫਿਰ ਪ੍ਰਾਈਵੇਟ ਕਰ ਦਿੱਤਾ ਗਿਆ। ਫੋਰਨ ਇਨਵੈਸਟਮੈਂਟ ਲਿਆਉਣ ਲਈ ਬਾਹਰ ਦੀਆਂ ਕੰਪਨੀਆਂ ਤੋਂ ਟੈਕਸ ਰਿਕੁਆਇਰਮੈਂਟ ਖਤਮ ਕਰ ਦਿੱਤਾ ਗਿਆ। ਇੰਪੋਰਟ ਖੋਲ੍ਹ ਦਿੱਤਾ ਗਿਆ ਤੇ ਸਭ ਤੋਂ ਵੱਡਾ ਕੰਮ ਇਹ ਕੀਤਾ ਗਿਆ ਕਿ ਇੱਕ ਫ੍ਰੀ ਜ਼ੋਨ ਬਣਾਇਆ ਗਿਆ ਅਤੇ ਉਸ ਵਿੱਚ ਮੌਜੂਦ ਕੰਪਨੀਆਂ ਤੋਂ ਕੋਈ ਟੈਕਸ ਨਹੀਂ ਲਿਆ ਗਿਆ। ਆਇਰਲੈਂਡ ਨੇ ਸਾਰੇ ਵੱਡੇ ਬਿਜ਼ਨਸਮੈਨ ਤੋਂ ਪੈਸੇ ਇਕੱਠੇ ਕਰਕੇ ਇਸ ਫ੍ਰੀ ਜ਼ੋਨ ਵਿੱਚ ਇੱਕ 에ਅਰਪੋਰਟ ਵੀ ਬਣਾਇਆ ਤਾਂ ਕਿ ਆਇਰਲੈਂਡ ਇਸ ਇੰਡਸਟਰੀਅਲ ਏਰੀਏ ਨੂੰ ਬਾਕੀ ਦੁਨੀਆ ਨਾਲੋਂ ਕਨੈਕਟ ਕੀਤਾ ਜਾ ਸਕੇ। ਇਸ ਜ਼ੋਨ ਨੂੰ ਸ਼ੈਨੋਨ ਫ੍ਰੀ ਜ਼ੋਨ ਵੀ ਕਿਹਾ ਜਾਂਦਾ ਹੈ ਤੇ ਇਹ ਦੁਨੀਆ ਦਾ ਪਹਿਲਾ ਮਾਡਰਨ ਫ੍ਰੀ ਜ਼ੋਨ ਮੰਨਿਆ ਜਾਂਦਾ ਹੈ। ਸਿਰਫ 6 ਸਾਲਾਂ ਵਿੱਚ ਇਸ ਟੈਕਸ ਫ੍ਰੀ ਜ਼ੋਨ ਕਰਕੇ ਆਇਰਲੈਂਡ ਦੀ ਇਕਨੋਮੀ ਤੇ ਜ਼ਬਰਦਸਤ ਪ੍ਰਭਾਵ ਪਿਆ। ਜਿੱਥੇ ਸਾਰੇ ਦੁਨੀਆ ਦੇ ਤਕੜੇ ਬਿਜ਼ਨਸਮੈਨ ਟੈਕਸ ਦੀ ਰਿਕੁਆਇਰਮੈਂਟ ਤੋਂ ਬਹੁਤ ਪਰੇਸ਼ਾਨ ਸੀ, ਉੱਥੇ ਆਇਰਲੈਂਡ ਨੇ 0% ਟੈਕਸ ਕਰਕੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਵੱਡੀਆਂ ਕੰਪਨੀਆਂ ਨੇ ਆਪਣੀ ਮੈਨੂਫੈਕਚਰਿੰਗ ਆਇਰਲੈਂਡ ਵਿੱਚ ਸ਼ਿਫਟ ਕਰਨੀ ਸ਼ੁਰੂ ਕਰ ਦਿੱਤੀ। ਇਹਨਾਂ ਕੰਪਨੀਆਂ ਵਿੱਚ ਇੰਟੈਲ ਵੀ ਸ਼ਾਮਲ ਸੀ। ਇਕਨੋਮਿਕ ਸੋਰਸਸ ਤੋਂ ਬਾਅਦ ਆਇਰਲੈਂਡ ਨੂੰ ਏਮ ਕੀਤਾ ਗਿਆ ਕਿ ਉਹਨਾਂ ਦਾ ਅਗਲਾ ਟਾਰਗੇਟ ਯੂਰਪੀਅਨ ਇਕਨੋਮਿਕ ਅਲਾਇੰਸ ਵਿੱਚ ਸ਼ਾਮਲ ਹੋਣਾ ਹੈ। ਇਸੇ ਦੌਰਾਨ 1967 ਵਿੱਚ ਆਇਰਲੈਂਡ ਨੇ ਫ੍ਰੀ ਐਜੂਕੇਸ਼ਨ ਸਕੀਮ ਇੰਟਰੋਡਿਊਸ ਕਰਵਾਈ। ਅੰਡਰ ਗ੍ਰੈਜੂਏਟ ਹੋਣ ਤੱਕ ਸਭ ਲਈ ਸਿੱਖਿਆ ਫ੍ਰੀ ਸੀ ਅਤੇ ਕਿਤਾਬਾਂ ਦਾ ਖਰਚਾ ਵੀ ਗਵਰਨਮੈਂਟ ਦਿੰਦੀ ਸੀ। ਹੌਲੀ-ਹੌਲੀ ਆਇਰਲੈਂਡ ਦੇ ਹਾਲਾਤਾਂ ਵਿੱਚ ਸੁਧਾਰ ਹੁੰਦਾ ਗਿਆ, ਪਰ 1970 ਵਿੱਚ ਆਇਰਲੈਂਡ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ। 1970 ਵਿੱਚ ਅਰਬ-ਇਜ਼ਰਾਈਲ ਵਾਰ ਤੋਂ ਬਾਅਦ ਲੱਗਣ ਵਾਲੀਆਂ ਆਇਲ ਸੈਂਕਸ਼ਨ ਦੀ ਕਰਕੇ ਯੂਕੇ ਅਤੇ ਪੂਰੇ ਵੈਸਟਰਨ ਵਰਲਡ ਦੀ ਇਕਨੋਮੀ ਪੂਰੀ ਤਰ੍ਹਾਂ ਹਿੱਲ ਗਈ। ਬੈਂਕ ਡਿਫਾਲਟ ਕਰ ਗਏ, ਫੈਕਟਰੀਆਂ ਬੰਦ ਹੋ ਗਈਆਂ ਤੇ ਅਨਐਮਪਲੋਇਮੈਂਟ ਵੱਧ ਗਈ। ਪਰ ਇਸ ਦੌਰਾਨ ਆਇਰਲੈਂਡ ਅਜਿਹੇ ਕਿਸੇ ਵੀ ਕ੍ਰਾਈਸਿਸ ਨਾਲ ਨਿਪਟਣ ਲਈ ਤਿਆਰ ਸੀ। ਆਇਰਲੈਂਡ ਨੇ ਆਪਣੇ ਆਪ ਨੂੰ ਬਾਕੀ ਯੂਰਪ ਨਾਲੋਂ ਫੇਵਰੇਬਲ ਬਣਾਉਣ ਲਈ ਕੁਝ ਹੋਰ ਲਾਜ਼ ਨੂੰ ਪਾਸ ਕੀਤਾ। ਇਨਕਮ ਟੈਕਸ 20% ਤੋਂ ਘੱਟ ਕਰਕੇ 10% ਕਰ ਦਿੱਤਾ ਗਿਆ। ਇਸ ਦੇ ਨਤੀਜੇ ਵਜੋਂ ਆਇਰਲੈਂਡ ਵੱਡੀਆਂ ਕੰਪਨੀਆਂ ਦੇ ਨਜ਼ਰ ਵਿੱਚ ਬਿਜ਼ਨਸ ਫ੍ਰੈਂਡਲੀ ਕੰਟਰੀ ਬਣ ਗਈ। ਅਗਲੇ 20 ਸਾਲਾਂ ਵਿੱਚ ਆਇਰਲੈਂਡ ਪੂਰੀ ਤਰ੍ਹਾਂ ਟਰਾਂਸਫਾਰਮ ਹੋ ਚੁੱਕਿਆ ਸੀ ਅਤੇ ਬਿਲੀਅਨਸ ਆਫ ਡਾਲਰਸ ਆਇਰਲੈਂਡ ਵਿੱਚ ਆ ਰਹੇ ਸਨ। ਪਰ ਇਸ ਤੋਂ ਵੀ ਜ਼ਬਰਦਸਤ ਚੀਜ਼ 1990 ਵਿੱਚ ਹੋਈ ਜਦੋਂ ਯੂਰਪੀਅਨ ਯੂਨੀਅਨ ਨੇ ਸਿੰਗਲ ਮਾਰਕੀਟ ਦਾ ਐਲਾਨ ਕਰ ਦਿੱਤਾ। ਆਇਰਲੈਂਡ ਪੂਰੀ ਦੁਨੀਆ ਵਿੱਚ ਓਪਨ ਹੋ ਗਿਆ। ਟੈਕਸ ਫ੍ਰੀ ਪਾਲਿਸੀਜ਼, ਫ੍ਰੈਂਡਲੀ এনवायरमेंट ਅਤੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਕਰਕੇ ਦੁਨੀਆ ਵਿੱਚੋਂ ਵੱਡੀਆਂ ਕਾਰਪੋਰੇਸ਼ਨ ਆਇਰਲੈਂਡ ਵਿੱਚ ਆਪਣੇ ਆਫਿਸ ਸੈਟਅਪ ਕਰਨ ਲੱਗੇ। ਫੋਰਨ ਇਨਵੈਸਟਮੈਂਟ ਇੰਨੀ ਜ਼ਿਆਦਾ ਹੋ ਗਈ ਕਿ ਸਿਰਫ 10 ਸਾਲਾਂ ਵਿੱਚ 2% ਤੋਂ ਲੈ ਕੇ 49.2% ਤੱਕ ਚਲੀ ਗਈ। ਇਹਨਾਂ ਬਾਹਰਲੀਆਂ ਕੰਪਨੀਆਂ ਦੇ ਆਉਣ ਕਰਕੇ ਆਇਰਲੈਂਡ ਵਿੱਚ ਬਹੁਤ ਸਾਰੀਆਂ ਜੌਬਸ ਕ੍ਰੀਏਟ ਹੋਈਆਂ, ਜਿਸ ਵਿੱਚ ਟੈਕਸ ਘੱਟ ਸੀ ਅਤੇ ਸੈਲਰੀ ਜ਼ਿਆਦਾ। ਲੋਕਾਂ ਦੀ ਪਰਚੇਜ਼ਿੰਗ ਪਾਵਰ ਵਧਦੀ ਗਈ, ਲੋਕ ਪੈਸਾ ਖਰਚਦੇ ਗਏ ਤੇ ਇਕਨੋਮਿਕ ਐਕਟੀਵਿਟੀ ਵਧਦੀ ਗਈ। ਡਿਮਾਂਡ ਕ੍ਰੀਏਟ ਹੁੰਦੀ ਗਈ ਅਤੇ ਹੋਰ ਕੰਪਨੀਆਂ ਆਉਂਦੀਆਂ ਗਈਆਂ ਤੇ ਇੱਕ ਜ਼ਬਰਦਸਤ ਇਨਵੈਸਟਮੈਂਟ ਲੂਪ ਬਣ ਗਿਆ। ਗਵਰਨਮੈਂਟ ਕੋਲ ਇੰਨਾ ਪੈਸਾ ਇਕੱਠਾ ਹੋ ਗਿਆ ਕਿ ਉਸਨੇ ਇਨਫਰਾਸਟ੍ਰਕਚਰ ਤੇ ਵੈਲਫੇਅਰ ਦੇ ਖੁੱਲ੍ਹਾ ਖਰਚਾ ਕਰਨਾ ਸ਼ੁਰੂ ਕਰ ਦਿੱਤਾ। 2007 ਵਿੱਚ ਆਇਰਲੈਂਡ ਯੂਰਪ ਦਾ ਤੀਸਰਾ ਸਭ ਤੋਂ ਅਮੀਰ ਦੇਸ਼ ਬਣ ਗਿਆ ਅਤੇ ਇਸ ਦੀ GDP ਉਸ ਸਮੇਂ ਆਇਰਲੈਂਡ ਦੀ ਪਰ ਕੈਪੀਟਾ ਇਨਕਮ ਬ੍ਰਿਟੇਨ ਤੋਂ 40% ਵੱਧ ਸੀ। ਉਹ ਬ੍ਰਿਟੇਨ ਜਿਸ ਨੇ ਆਇਰਲੈਂਡ ਤੇ 150 ਸਾਲ ਤੱਕ ਰਾਜ ਕੀਤਾ, ਉਹ ਹੁਣ ਆਇਰਲੈਂਡ ਤੋਂ ਬਹੁਤ ਜ਼ਿਆਦਾ ਗਰੀਬ ਸੀ। ਦੋਸਤੋ, ਆਇਰਲੈਂਡ ਦੀ ਸਟੋਰੀ ਇਸ ਗੱਲ ਦਾ ਸਬੂਤ ਹੈ ਕਿ ਹਾਲਾਤ ਜਿੰਨੇ ਮਰਜ਼ੀ ਖਰਾਬ ਹੋ ਜਾਣ, ਪਰ ਗਰੀਬੀ ਕਿਸੇ ਦਾ ਮੁਕੱਦਰ ਨਹੀਂ ਹੁੰਦੀ। ਇਮਾਨਦਾਰੀ, ਮਿਹਨਤ ਅਤੇ ਪਲੈਨਿੰਗ ਨਾਲ ਕਿਸੇ ਤਰ੍ਹਾਂ ਦੇ ਵੀ ਹਾਲਾਤ ਬਦਲੇ ਜਾ ਸਕਦੇ ਨੇ। ਅੱਜ ਆਇਰਲੈਂਡ ਪੂਰੀ ਦੁਨੀਆ ਲਈ ਇੱਕ ਟੈਕਸ ਹੈਵਨ ਹੈ। 2015 ਵਿੱਚ ਐਪਲ ਨੇ 300 ਬਿਲੀਅਨ ਦੇ ਅਸੈਟ ਆਇਰਲੈਂਡ ਵਿੱਚ ਟ੍ਰਾਂਸਫਰ ਕੀਤੇ ਤਾਂ ਕਿ ਟੈਕਸ ਤੋਂ ਬਚਿਆ ਜਾ ਸਕੇ। ਐਜੂਕੇਸ਼ਨ, ਵਰਕਫੋਰਸ ਅਤੇ ਇਨਫਰਾਸਟ੍ਰਕਚਰ ਉਹ ਫੈਕਟਰ ਨੇ ਜਿਨ੍ਹਾਂ ਕਰਕੇ ਆਇਰਲੈਂਡ ਵੱਡੇ ਬਿਜ਼ਨਸਮੈਨ ਲਈ ਇੱਕ ਅਟਰੈਕਟਿਵ ਕੰਟਰੀ ਬਣਿਆ ਹੈ ਤੇ ਇਹੀ ਅਟਰੈਕਸ਼ਨ ਆਇਰਲੈਂਡ ਨੂੰ ਜਲਦ ਹੀ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣਾਉਣ ਵਾਲੀ ਹੈ। ਦੋਸਤੋ, ਜੇ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ।
ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਜਦ ਤੱਕ ਲਈ ਸਤਿ ਸ਼੍ਰੀ ਅਕਾਲ।